ਦੱਸਦੇ ਕਿ ਕੱਲ੍ਹ ਦਾ ਵਫਦ ਜਿਹੜਾ ਹੈ ਮੇਘਾਲਿਆ ਗਿਆ ਹੈ, ਜਿੱਥੇ ਕਿ ਸਿੱਖ ਪਰਿਵਾਰਾਂ ਨੂੰ ਜੋ ਬੇਦਖਲ ਕੀਤਾ ਗਿਆ ਹੈ ਉਤੋਂ ਕੱਢੇ ਜਾਣ ਦਾ ਫਰਮਾਨ ਸੁਣਾਇਆ ਗਿਆ। ਇਸ ਨੂੰ ਲੈ ਕੇ ਅੱਜ ਮੇਘਾਲਿਆ ਦੇ ਰਾਜਪਾਲ ਨਾਲ ਮੁਲਾਕਾਤ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਕਰੇਗਾ। ਮੇਘਾਲਿਆ ਸਰਕਾਰ ਦੇ ਨੁਮਾਇੰਦੇ ਨਾਲ ਵੀ ਵਫਦ ਗੱਲਬਾਤ ਕਰੇਗਾ। ਦੱਸ ਦਈਏ ਕਿ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ 'ਚ ਬੁੱਧਵਾਰ ਨੂੰ ਸ਼ਿਲੌਂਗ 4 ਮੈਂਬਰੀ ਵਫਦ ਪਹੁੰਚਿਆ ਸੀ। ਸ਼ਿਲੌਂਗ ਵਿੱਚ 350 ਤੋਂ ਵੱਧ ਸਿੱਖ ਪਰਿਵਾਰਾਂ ਨੂੰ ਘਰ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਕਦਮ ਦੀ ਨਿਖੇਧੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਰਜ਼ੋਰ ਤਰੀਕੇ ਨਾਲ ਕੀਤੀ ਗਈ। ਤੇ ਅੱਜ ਇਹ ਮੁਲਾਕਾਤ ਜਿਹੜੀ ਹੋਏਗੀ ਵਫਦ ਜੋ ਕਿ ਬੀਤੇ ਦਿਨ ਪਹੁੰਚਿਆ ਮੇਘਾਲਿਆ ਦੇ ਵਿੱਚ ਸਿੱਖ ਪਰਿਵਾਰਾਂ ਨੂੰ ਜੋ ਬੇਦਖਲੀ ਦਾ ਨੋਟਿਸ ਜਾਰੀ ਕੀਤਾ ਗਿਆ ਉਸ ਮਾਮਲੇ ਵਿੱਚ ਇਹਨਾਂ ਪਰਿਵਾਰਾਂ ਦਾ ਸਾਥ ਦੇਣ ਲਈ ਇਹਨਾਂ ਦੀ ਆਵਾਜ਼ ਨੂੰ ਚੁੱਕਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਬੀਤੇ ਦਿਨੀ ਮੇਘਾਲਿਆ ਪਹੁੰਚਾ। ਅੱਜ ਮੇਘਾਲਿਆ ਦੇ ਰਾਜਪਾਲ ਨਾਲ ਮੁਲਾਕਾਤ ਅਕਾਲੀ ਦਲ ਦਾ ਵਫਦ ਕਰੇਗਾ। ਮੇਘਾਲਿਆ ਸਰਕਾਰ ਦੇ ਨੁਮਾਇੰਦੇ ਨਾਲ ਵੀ ਗੱਲਬਾਤ ਤੇ ਵਫਦ ਕਰੇਗਾ। ਦੱਸਦੇ ਕਿ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਬੁੱਧਵਾਰ ਨੂੰ ਸ਼ਿਲੌਂਗ ਇਹ 4 ਮੈਂਬਰੀ ਵਫਦ ਪਹੁੰਚਿਆ ਸੀ ਤੇ ਅੱਜ ਸ਼ਿਲੌਂਗ ਵਿੱਚ 350 ਤੋਂ ਵੱਧ ਜੋ ਸਿੱਖ ਪਰਿਵਾਰਾਂ ਨੂੰ ਘਰ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ, ਉਸ ਦੇ ਮੁਤਲਕ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਏਗੀ। ਇਸ ਮਸਲੇ ਨੂੰ ਚੁੱਕਿਆ ਜਾਏਗਾ। ਇਸ ਪੂਰੇ ਮਾਮਲੇ ਨੂੰ ਗੈਰ ਸੰਵਿਧਾਨਿਕ ਜਿਹੜਾ ਹੈ ਕਰਾਰ ਦਿੱਤਾ ਗਿਆ ਸੀਗਾ। ਸ਼੍ਰੋਮਣੀ ਅਕਾਲੀ ਦਲ ਨੇ ਪੁਰਜ਼ੋਰ ਨਿੰਦਿਆ ਇਸ ਫੈਸਲੇ ਦੀ ਕੀਤੀ ਸੀ ਤੇ ਅੱਜ ਇਸ ਨੂੰ ਲੈ ਕੇ ਆਵਾਜ਼ ਇਹਨਾਂ ਪਰਿਵਾਰਾਂ ਦੀ ਚੁੱਕੀ ਜਾਏਗੀ। ਪਰਦਾਦੇ ਸੀ ਜਿਹੜੇ ਉਹ ਵੀ ਇੱਥੇ ਹੀ ਵਸ ਰਹਿ ਕੇ ਖਤਮ ਹੋ ਗਏ। ਬਾਕੀ ਹੁਣ ਪੀੜ੍ਹੀ ਦੇ ਉੱਤੋਂ ਪੀੜ੍ਹੀ ਚੱਲ ਰਹੀ ਸੀ ਤੇ ਉਹ ਤਰੀਕੇ ਦੇ ਨਾਲ ਇਹ ਸਾਡੇ ਨਾਲ ਬਹੁਤ ਹੀ ਗਲਤੀ ਕਰ ਰਿਹਾ, ਕਿਉਂਕਿ ਵੈਸੇ ਵੀ ਇੰਨੇ ਚਿਰ ਤੋਂ ਇੰਨੇ ਜਗ੍ਹਾ ਪੁਰਾਣੀ 'ਚ ਰਹੇ ਬੰਦਾ ਤਾਂ ਉਹਦਾ ਹੱਕ ਲਾਵਾ ਹੁੰਦਾ ਹਾਂ। ਤੇ ਇਹ ਚੀਜ਼ ਹੈ ਜਿਹੜੀ ਇਹ ਤੇ ਬਿਲਕੁਲ ਸਟੇਟ ਨੂੰ ਅਸੀਂ ਇੰਨਾ ਕਦੀ ਸ਼ੁਰੂ ਤੋਂ ਹੀ ਸਟੇਟ ਨੂੰ ਬਹੁਤ ਇੱਜ਼ਤ ਮਾਨ ਦਿੱਤਾ ਆ। ਅਸੀਂ ਇਹ ਸਟੇਟ ਦੇ ਬਾਰੇ ਕਦੀ ਖਰਾਬ ਨਹੀਂ ਕੀਤਾ, ਮਗਰ ਇਹ ਜਿਹੜਾ ਇਹਨਾਂ ਦਾ ਕੰਮ ਜਿਹੜਾ ਚੱਲ ਰਿਹਾ ਨਾ ਇਹ ਬਿਲਕੁਲ ਸਾਡੇ ਨਾਲ ਇੱਕ ਧੋਖਾ, ਬਹੁਤ ਵੱਡਾ ਧੋਖਾ ਹੋ ਰਿਹਾ। ਆਪਣੀ ਰਾਜਨੀਤੀ ਚਮਕਾਉਣ ਵਾਸਤੇ ਉਹ ਕੀ ਕਰਦੇ ਕਿ ਉਹ ਪਬਲਿਕ ਨੂੰ ਐਬਜ਼ੌਰਬ ਕਰਨ ਵਾਸਤੇ ਉਹ ਇਸ ਕਰਕੇ ਇਹ ਮੁੱਦੇ ਨੂੰ ਜਦੋਂ ਵੀ ਚੁੱਕਦੇ ਆ ਤੇ ਇਹ ਕੀ ਕਰਦੇ ਕਿ ਆਪਣੀ ਸੱਤਾ ਚਮਕਾਉਣ ਵਾਸਤੇ ਉਹ ਪਬਲਿਕ ਉਹਨਾਂ ਦੇ ਨਾਲ ਗੈਦਰ ਹੋ ਜਾਂਦੀ ਹੈ। ਇਸ ਕਰਕੇ ਉਹਨਾਂ ਦੀ ਨਿਸ਼ਚੈ ਹੀ ਇਹ ਕਿ ਜਦੋਂ ਵੀ ਉਹਨਾਂ ਨੂੰ ਇਲੈਕਸ਼ਨ ਦੇ ਹੁਣ ਨੀਅਰ ਬਾਈ ਆਪਣੇ ਕਮਿੰਗ ਇਲੈਕਸ਼ਨ ਆਉਣ ਵਾਲੇ ਆ ਬਸ 1.5-2 ਸਾਲ ਦੇ ਅੰਦਰ, ਤੇ ਉਹਨਾਂ ਨੇ ਇਹ ਮੁੱਦੇ ਨੂੰ ਇਸ ਲਈ ਹੋਲਡ 'ਚ ਰੱਖਿਆ ਹੀ ਇੰਨੇ ਚਿਰ ਵਾਸਤੇ ਕਿ ਇਲੈਕਸ਼ਨ ਆਊਗੇ ਤੇ ਉਹਦਾ ਪਾਰਟੀਕੂਲਰ ਯੂਜ਼ ਕਰ ਸਕਦੇ, ਬਸ ਹੋਰ ਕੁਝ ਨਹੀਂ ਹੈ। ਜੈਸੇ ਇਹ ਸਭ ਪੋਲੀਟੀਕਲ ਥਿੰਗ। ਹਰ ਕਿਸੇ ਜਾਤੀ ਸਿੱਖ ਜਿਹੜੇ ਉਹ ਲੀਡਰ ਹੁੰਦੇ ਆ। ਗੁਰੂ ਗੋਬਿੰਦ ਸਿੰਘ ਨੇ ਇੱਕ ਸ਼ੇਰਾਂ ਦੀ ਕੌਮ ਥਾਪੀ ਆ। ਸ਼ੇਰਾਂ ਨੂੰ ਕਦੀ ਕਿਸੇ ਦਾ ਡਰ ਨਹੀਂ ਹੁੰਦਾ ਜੀ, ਭਾਵੇਂ ਲੱਖ ਗਿੱਦੜ ਆ ਜਾਣ, ਇੱਕ ਸ਼ੇਰ ਹੀ ਉਹਨਾਂ ਵਾਸਤੇ ਕਾਫੀ ਹੁੰਦਾ ਹੈ। ਕਈ ਦਿੱਲੀ ਗੁਰਦੁਆਰਾ ਕਮੇਟੀ ਦੇ ਹੋਰ ਵੀ ਦੁਨੀਆ ਦੇ ਪੂਰੇ ਸਿੱਖਾਂ ਦਾ ਬਹੁਤ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਸਾਡੀ ਬਾਂਹ ਫੜੀ ਆ, ਸਾਡੇ ਨਾਲ ਆ ਤੇ ਗਾਂ ਵੀ ਸਾਡੇ ਨਾਲ ਸਾਡੀ ਲੜਾਈ ਲੜ ਰਹੇ ਆ। ਸ਼ਿਲੌਂਗ 'ਚ ਪਿਛਲੇ 200 ਸਾਲ ਤੋਂ ਰਹਿ ਰਹੇ ਸਿੱਖਾਂ ਨੂੰ ਲਗਾਤਾਰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਇਹ ਲੜਾਈ ਲੜੀ ਜਾ ਰਹੀ ਹੈ। 1800 ਸਾਲ ਦੇ ਵਿੱਚ ਇਹਨਾਂ ਨੂੰ ਇਹ ਜਗ੍ਹਾ ਇੱਥੋਂ ਦੇ ਇੱਕ ਰਾਜੇ ਵੱਲੋਂ ਦਿੱਤੀ ਗਈ, ਲੇਕਿਨ ਹੁਣ ਮੌਕੇ ਦੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਇੱਥੇ ਨਹੀਂ ਰਹਿ ਸਕਦੇ। ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਇੱਥੇ ਪਹੁੰਚੇ ਨੇ ਇਹਨਾਂ ਦੀ ਬਾਂਹ ਫੜਨ ਵਾਸਤੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਨੂੰ ਇੱਥੇ ਭੇਜਿਆ ਗਿਆ। ਪ੍ਰਧਾਨ ਸਾਹਿਬ, ਮੈਂ ਗੁਰਜੀਤ ਸਿੰਘ ਜੀ ਨਾਲ ਵੀ ਗੱਲ ਜ਼ਰੂਰ ਕਰੂੰਗਾ, ਲੇਕਿਨ ਪਹਿਲਾ ਸਵਾਲ ਤੁਹਾਡੇ ਕੋਲੋਂ ਮੇਰਾ ਇਹ ਆ, ਹਾਲਾਤ ਇਹ ਆਖਰ ਬਣ ਕਿਉਂ ਰਹੇ ਨੇ? ਇਹ ਘੱਟ ਗਿਣਤੀਆਂ ਨਾਲ ਇਹ ਤਸ਼ੱਦਦ ਕਿਉਂ ਹੋ ਰਹੀ ਹੈ? ਯਾਰ ਅਸੀਂ ਨਾ ਉਹਨਾਂ ਦੇ ਉਹ ਬੇਟ ਬਣ ਗਏ ਆ, ਜਿੱਥੇ ਇਲੈਕਸ਼ਨ ਹੁੰਦੀ ਉੱਥੇ ਸਾਨੂੰ ਸੁੱਟ ਦਿੰਦੇ ਨੇ ਅੱਗੇ। ਉਹ ਕਮਲਾਈਜੇਸ਼ਨ ਕਰਦੇ ਨੇ, ਸਾਨੂੰ ਇੱਕ ਬੇਟ ਦੇ ਤਰੀਕੇ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਇੱਥੇ ਇਲੈਕਸ਼ਨ ਆ ਗਈ ਆ। ਹੈਰਾਨਗੀ ਇਸ ਗੱਲ ਦੀ ਆ ਕਿ 1 ਕੋਰਟ ਤੋਂ ਨਹੀਂ, 2 ਕੋਰਟ ਤੋਂ ਨਹੀਂ, 3 ਕੋਰਟਾਂ ਤੋਂ ਸਟੇ ਲੈ ਰੱਖਿਆ ਹੈ। ਔਰ ਦਿੱਲੀ ਦੇ ਅੰਦਰ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਹੋਈ, ਸਰਦਾਰ ਸੁਖਬੀਰ ਸਿੰਘ ਬਾਦਲ, ਸਰਦਾਰਨੀ ਹਰਸਿਮਰਤ ਕੌਰ ਬਾਦਲ, ਮੈਂ, ਸਰਦਾਰ ਗੁਰਜੀਤ ਸਿੰਘ ਜੀ, ਅਸੀਂ ਸਾਰੇ ਮਿਲੇ, ਸਰਦਾਰ ਜਗਦੀਪ ਸਿੰਘ ਜੀ। ਮੁੱਖ ਮੰਤਰੀ ਨੇ ਆਪ ਉੱਥੇ ਕਮਿਟਮੈਂਟ ਦਿੱਤੀ, ਔਰ ਉਹਨਾਂ ਦੇ ਸਾਰੀ ਵਜ਼ਾਰਤ ਬੈਠੀ ਸੀ ਕਿ ਮੈਂ ਕਿਸੇ ਸੂਰਤ ਅੰਦਰ ਕੋਈ ਵੀ ਨਜਾਇਜ਼ ਨਹੀਂ ਹੋਣ ਦਊਂਗਾ। ਔਰ ਹੁਣ ਕੀ ਕਰ ਰਹੇ ਨੇ? ਜਿਹੜਾ CM ਵਿਲੀਅਮ ਸੀ, ਜਿਹੜੇ ਇੱਥੋਂ ਦੇ ਕਿੰਗ ਸੀਗੇ, ਜਿਨ੍ਹਾਂ ਨੇ ਖੁਦ ਲਿਖ 'ਚ ਦਿੱਤਾ ਕਿ ਅਸੀਂ ਇਹਨਾਂ ਨੂੰ ਪਟਾ ਦਿੱਤਾ ਹੈ 150 ਸਾਲ ਤੋਂ ਵੀ ਪਹਿਲਾਂ ਦਾ, ਔਰ ਇਹ ਵੀ ਲਿਖਿਆ ਕਿ ਅਸੀਂ ਇਹਦੇ ਤੇ ਸਟੈਂਡ ਕਰਦੇ ਹਾਂ, ਇਹ ਇਹਨਾਂ ਦੀ ਮਲਕੀਅਤ ਰਹੂਗੀ। ਅੱਜ ਉਸ ਤੇ ਇੱਕ ਵਰਕਿੰਗ ਇੱਕ CM ਵਿਲੀਅਮ ਬਣਾ ਕੇ ਉਸ ਤੋਂ ਪਟਾ ਕੈਂਸਲ ਕਰਾ ਲਿਆ। ਔਰ ਇਹ ਕਹਿ ਦਿੱਤਾ ਹੁਣ CM ਕੈਬਨਿਟ 'ਚ ਇਹ ਗੱਲ ਕਹਿਣ ਕਿ ਉਹਨਾਂ ਨੇ ਸਾਨੂੰ ਹੁਣ ਹੈਂਡਓਵਰ ਕਰਨ ਦੀ ਕਹਿ ਦਿੱਤਾ, ਜ਼ਮੀਨ ਹੁਣੇ ਜ਼ਮੀਨ ਸਾਡੀ ਹੋ ਗਈ। ਮਤਲਬ ਇਹ ਤੇ ਮੈਂ ਸਮਝਦਾ ਹਾਂ ਕਿ ਇਹ ਅਨਕੌਂਸਟੀਟਿਊਸ਼ਨਲ, ਅਨਲੌਫੁਲ ਆ। ਔਰ ਇਹ ਤੇ ਰੱਬ ਵੱਲੋਂ ਕਿਰਪਾ ਹੈ ਕਿ ਹੁਣੇ 5ਵੇਂ ਮਹੀਨੇ 'ਚ ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ 2021 9 ਤਰੀਕ ਨੂੰ 9 ਮਈ 2021 ਨੂੰ ਹੁਣ ਸਟੇ ਲਿਆ ਜੇ। ਉੱਚ ਵੀ ਕੋਰਟ ਨੇ ਸਟੇ ਦਿੱਤਾ, ਉੱਚ ਵੀ ਕੋਰਟ ਨੇ ਮੰਗਿਆ ਕਿ ਇਹਨਾਂ ਦੀ ਮਲਕੀਅਤ ਆ, ਕਿਤਨਾ ਤੁਸੀਂ ਬਾਹਰ ਕੱਢ ਸਕਦੇ ਜੀ, ਉਹਦੇ ਬਾਵਜੂਦ ਇਸ ਤਰ੍ਹਾਂ ਦਾ ਕੰਮ ਕਰਨ ਤੇ ਉਤਰੇ ਹੋਏ ਨੇ। ਤੁਹਾਨੂੰ ਇਹ ਲੱਗਦਾ ਹੈ ਕਿ ਇਹ ਪਿੱਛੇ ਸਿਰਫ ਸਿਆਸਤ ਹੈ? ਨਹੀਂ, ਸਿਆਸਤ ਤੇ ਹਰ ਕੰਮ 'ਚ ਪਿੱਛੇ ਹੁੰਦੀ ਆ, ਪਰ ਇਹਦੇ ਪਿੱਛੇ ਇਲੈਕਸ਼ਨ ਵੀ ਆ, ਕਿਉਂਕਿ 4 ਮਹੀਨੇ ਬਾਅਦ ਇਲੈਕਸ਼ਨ ਆ ਗਈ ਆ। ਪਰਪਸ ਇਹ ਆ ਵੀ ਕਿਸੇ ਤਰੀਕੇ ਵੀ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਵੋਟਾਂ ਦੇ ਪਿੱਛੇ ਦੇਖੋ ਅਸੀਂ ਇਹ ਮਿਨੋਰਟੀ ਲੋਕਾਂ ਨੂੰ ਬਾਹਰ ਕੱਢ ਦਿੱਤਾ ਹੈ। ਲੜਾਈ ਲੜੀ ਜਾਏਗੀ ਹਰ ਹਾਲ ਤੱਕ? ਨਹੀਂ, ਲੜਾਈ ਤੇ ਇਸ ਹੱਦ ਤੱਕ ਲੜਾਂਗੇ ਕਿ ਅਸੀਂ ਤੇ ਅੱਜ ਇੱਥੇ ਕਹਿ ਕੇ ਚੱਲੇ ਆ,
ਭਾਵੇਂ ਆ ਜਾਨਾਂ ਦੇਣੀਆਂ ਪੈ ਜਾਣ, ਕਿਸੇ ਸੂਰਤ ਅੰਦਰ ਪਿੱਛੇ ਨਹੀਂ ਹਟਾਂਗੇ। ਕਿਸੇ ਸੂਰਤ ਅੰਦਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜੋ ਸੁਨੇਹਾ ਦਿੱਤਾ, ਮੈਂ ਇਹਨਾਂ ਨੂੰ ਅਨਾਉਂਸ ਕੀਤਾ ਬਈ ਜੋ ਭਾਵੇਂ ਪੂਰਾ ਪੰਜਾਬ ਲੋਕੇ ਖੜਾ ਬਹਿਣਾ ਪਵੇ, ਇਹ ਨਹੀਂ ਹੋ ਸਕਦਾ। ਫਿਰ ਐ ਤੇ ਅੱਜ ਤੁਸੀਂ ਇੱਥੇ ਜਾੜਦੇ ਜੇ, ਸਾਨੂੰ ਤਾਂ ਕਿਤੇ ਰਹਿਣ ਨਹੀਂ ਦੇਣਾ, ਵੋਟ ਤਾਂ ਸਾਡੀ ਕਿਤੇ ਵੀ ਨਹੀਂ ਹੈਗੀ। ਅਸੀਂ ਬਾਰ-ਬਾਰ ਜਦੋਂ ਵੀ ਇਸ ਤਰ੍ਹਾਂ ਦੇ ਮਤਲਬ ਉਹਨਾਂ ਵੱਲੋਂ ਚੁੱਕਿਆ ਜਾਂਦਾ ਪੁਆਇੰਟ, ਉਦੋਂ ਹੀ ਅਸੀਂ ਹਾਈ ਕੋਰਟ ਦੇ ਵਿੱਚ ਜਾਂਦੇ ਆ, ਗਵਰਨਰ ਸਾਹਿਬ ਕੋਲ ਜਾਂਦੇ ਆ। ਕਲੋਨੀ ਨੂੰ ਇੱਕ ਮਤਲਬ ਸਿੱਖਾਂ ਦੀ ਆਬਾਦੀ ਨੂੰ ਪੂਰੀ ਨੂੰ ਉਜਾੜਨ ਦੇ ਵਾਸਤੇ ਇੱਥੋਂ ਦੀ ਸਰਕਾਰ ਨੇ ਫੈਸਲਾ ਲਿਆ। ਇਹ ਤੇ ਬਿਲਕੁਲ ਗਲਤ ਫੈਸਲਾ ਹੈ ਜੀ। ਤੁਹਾਨੂੰ ਇੱਥੋਂ ਵਸਾਉਣ ਦੀ ਗੱਲ ਕੀਤੀ ਜਾ ਰਹੀ ਹੈ? ਨਹੀਂ ਜੀ, ਨਹੀਂ, ਵਸਾਉਣ ਦੀ ਗੱਲ ਨਹੀਂ ਕੀਤੀ ਜਾ ਰਹੀ ਜੀ, ਇੱਥੋਂ ਹਟਾਉਣ ਦੀ ਗੱਲ ਕੀਤੀ ਜਾ ਰਹੀ। ਜਦੋਂ ਸਾਡੀ ਸੀਐਮ ਨਾਲ ਲਾਸਟ ਮੀਟਿੰਗ, ਇਸ ਤੋਂ ਪਹਿਲੀ ਮੀਟਿੰਗ ਹੋਈ 2018, ਜਦੋਂ ਇੱਥੇ ਆਪਸ ਅੰਦਰ ਇੱਕ ਟਸਲ ਹੋਈ, ਕਰਫਿਊ ਲੱਗ ਗਿਆ। ਕਰਫਿਊ ਲੱਗਣ ਤੇ ਸਭ ਤੋਂ ਪਹਿਲੇ ਇੱਥੇ ਪਹੁੰਚੇ, ਮੁੱਖ ਮੰਤਰੀ ਨੂੰ ਸਮਝ ਆਈ ਵੀ ਗੱਲ ਵੱਧ ਗਈ ਆ। ਉਹਨਾਂ ਸਾਨੂੰ ਜਦੋਂ ਬੁਲਾ ਕੇ ਮੀਟਿੰਗ ਕੀਤੀ, ਅਕ੍ਰੋਸ ਦੀ ਟੇਬਲ ਮੀਟਿੰਗ ਹੋਈ, ਉੱਥੇ ਇਹਨਾਂ ਦੀ ਹਾਜ਼ਰੀ 'ਚ, ਤੇ ਸ਼ੁਕਰ ਆ ਵੀ ਹਰ ਮੀਟਿੰਗ ਦੇ ਹਿੱਸੇਦਾਰ ਸੀਗੇ। ਉੱਥੇ ਮੁੱਖ ਮੰਤਰੀ ਨੇ ਇਹ ਐਕਸੈਪਟ ਕੀਤਾ ਕਿ ਮੈਂ ਤੁਹਾਨੂੰ ਜਗ੍ਹਾ ਵੀ ਦੇਣ ਨੂੰ ਤਿਆਰ ਹਾਂ। ਅਸੀਂ ਕਿਹਾ ਗੱਲ ਜਗ੍ਹਾ ਦੀ ਨਹੀਂ ਹੈਗੀ, ਗੱਲ ਆ ਕਿ ਜਿਹੜੀ ਮਲਕੀਅਤ ਸਾਡੀ, ਅਸੀਂ ਆਪਣੀ ਮਰਜ਼ੀ ਨਾਲ ਤੇ ਦਈਏ ਤੇ ਦਈਏ। ਹਾਂ, ਤੁਸੀਂ ਬਹਿ ਕੇ ਐਮੀਕੇਬਲੀ ਕਹੋ ਵੀ ਯਾਰ ਮੈਨੂੰ ਇੰਨੀ ਜਗ੍ਹਾ ਦੇ ਦਿਓ, ਇਹ ਵਿੱਚ ਮੈਂ ਤੁਹਾਨੂੰ ਇੰਨੀ ਦੇ ਦਿੰਦਾ, ਉਹ ਤੇ ਗੱਲ ਸਾਹੀਂ ਮੰਨੀਏ ਨਾ ਮੰਨੀਏ ਤਾਂ ਸਾਡੀ ਮਰਜ਼ੀ ਆ, ਪਰ ਤੁਸੀਂ ਸਾਡੇ ਧੱਕੇ ਨਾਲ ਤਾਂ ਨਹੀਂ ਖੋ ਸਕਦੇ। ਬਾਦਲ ਸਾਹਿਬ, ਸਟੇਟਸ ਕੀ ਆ ਕਾਨੂੰਨੀ ਤੌਰ ਤੇ? ਕਾਨੂੰਨੀ ਤੌਰ ਦੇ ਉੱਤੇ ਸਟੇਟਸ ਕੋ ਹੈ, ਔਰ ਮੇਘਾਲਿਆ ਹਾਈ ਕੋਰਟ ਤੋਂ ਹੈ, ਸੁਪਰੀਮ ਕੋਰਟ ਤੋਂ ਹੈ, ਔਰ ਕੋਰਟ ਨੇ ਬਕਾਇਦਾ 2019 ਦੇ ਵਿੱਚ ਜਿਹੜਾ ਆਰਡਰ ਕੀਤਾ ਸਟੇ ਦਾ, ਉਹ ਅਜੇ ਤੱਕ ਬਰਕਰਾਰ ਹੈ। ਇਹ ਹਾਲਾਤ ਜਿਹੜੇ ਬਣੇ ਹੋਏ ਨੇ ਉੱਥੇ ਕਿ ਲਗਾਤਾਰ ਜੋ ਕੋਰਟ ਦੀ ਬੇਅਦਬੀ ਹੋਈ ਹੈ, ਹੁਕਮ ਜ਼ਰੂਰ ਦਿੱਤਾ ਗਿਆ, ਲੇਕਿਨ ਇਸ ਦੇ ਬਾਵਜੂਦ ਉਹਨਾਂ ਨੂੰ ਉੱਥੇ ਕੱਢਣ ਦਾ ਫਰਮਾਨ ਸੁਣਾਇਆ ਗਿਆ ਤੇ ਅੱਜ ਰਾਜਪਾਲ ਨਾਲ ਵਫਦ ਜਿਹੜਾ ਹੈ ਮੁਲਾਕਾਤ ਕਰੇਗਾ। ਹਰਪ੍ਰੀਤ ਬੰਦੇਸ਼ਾ ਤੋਂ ਇਸ ਬਾਰੇ ਜਾਣਕਾਰੀ ਹੋ ਰਹੀ ਹੈ। ਹਰਪ੍ਰੀਤ, ਜਿਸ ਤਰ੍ਹਾਂ ਦੇ ਨਾਲ ਹਾਲਾਤ ਉੱਥੇ ਬਣੇ ਨੇ, ਹਾਲਾਂਕਿ ਤਮਾਮ ਹੱਕ ਦੇ ਵਿੱਚ ਕੋਰਟ ਨੇ ਉਹਨਾਂ ਦੇ ਫੈਸਲੇ ਸੁਣਾਏ, ਲੇਕਿਨ ਇਸ ਦੇ ਬਾਵਜੂਦ ਲਗਾਤਾਰ ਉੱਥੇ ਦੀ ਸਰਕਾਰ ਉਹਨਾਂ ਨੂੰ ਕੱਢਣ ਤੇ ਤੁਲੀ ਹੋਈ ਹੈ। ਨਾਲ ਇਹਨਾਂ ਲੋਕਾਂ ਨੂੰ ਉੱਥੋਂ ਬੇਦਖਲ ਕੀਤਾ ਜਾਏ। ਦੂਸਰੀ ਅਹਿਮ ਚੀਜ਼ ਜਿਹੜੀ, ਉਹ ਲੋਕੇਸ਼ਨ ਹੁਣ ਇੰਨੀ ਜ਼ਿਆਦਾ ਪ੍ਰਾਈਮ ਹੋ ਗਈ। ਜਦੋਂ ਇਹ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਉੱਥੇ ਵਸਾਇਆ ਗਿਆ, ਉਦੋਂ ਇਹ ਪਿਛੜਿਆ ਜਿਹਾ ਇਲਾਕਾ ਸੀ। ਉਹਨਾਂ ਨੇ ਆਪਣੀ ਮਿਹਨਤ ਨਾਲ, ਕਿਉਂਕਿ ਗੁਰੂ ਦਾ ਸਿੱਖ ਹੈ, ਉਹਨੂੰ ਬਖਸ਼ੇ, ਉਹਨੇ ਇੰਨੀ ਮਿਹਨਤ ਕੀਤੀ ਕਿ ਉਸ ਇਲਾਕੇ ਨੂੰ ਉਹਨਾਂ ਨੇ ਆਬਾਦ ਕਰ ਲਿਆ। ਸਾਡੇ ਨਾਲ ਇਸ ਬਾਰੇ, ਕਿਉਂਕਿ ਕਾਨੂੰਨੀ ਤੌਰ ਤੇ ਮਸਲੇ ਨੇ, ਮੇਰੇ ਨਾਲ ਲੀਗਲ ਸੈੱਲ DSGMC ਦੇ ਚੇਅਰਮੈਨ ਕਾਲੋ ਸਾਹਿਬ ਮੌਜੂਦ ਨੇ। ਜਗਦੀਪ ਕਾਲੋ ਜੀ, ਸਵਾਲ ਇਹ ਹੈ ਕਿ ਹੁਣ ਇਹ 'ਚ ਲੀਗਲੀ ਓਪੀਨੀਅਨ ਕੀ ਨੇ? ਕਿਉਂਕਿ ਜਿੰਨੀਆਂ ਗੱਲਾਂ ਅਸੀਂ ਭਾਵਨਾਵਾਂ ਨਾਲ ਕਰੀਏ, ਉਹਦਾ ਕੋਈ ਮੁੱਲ ਨਹੀਂ ਹੈਗਾ। ਲੀਗਲ ਕੀ ਹੈ, ਕਾਨੂੰਨ ਕੀ ਕਹਿੰਦਾ ਇਹਦੇ 'ਚ? ਦੇਖੋ, ਕਾਨੂੰਨੀ ਤੌਰ ਦੇ ਉੱਤੇ ਜਿਸ ਵੇਲੇ 2018 ਦੇ ਵਿੱਚ ਇੱਥੇ ਇਸ਼ੂ ਸ਼ੁਰੂ ਹੋਇਆ ਸੀ, ਮੁੱਦਾ ਸ਼ੁਰੂ ਹੋਇਆ ਸੀ, ਉਸ ਵੇਲੇ ਅਸੀਂ ਇੱਥੇ ਮੇਘਾਲਿਆ ਹਾਈ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ ਸੀ। ਉਸ ਰਿਟ ਦੇ ਉੱਤੇ ਸੁਣਵਾਈ ਕਰਨ ਤੋਂ ਬਾਅਦ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਕਿ ਇਹ ਲੋਕ ਪ੍ਰੋਟੈਕਟਡ ਹੈ, ਸਟੇ ਦੇ ਦਿੱਤਾ ਕਿ ਤੁਸੀਂ ਇਹਨਾਂ ਨੂੰ, ਗਵਰਨਮੈਂਟ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਇਵਿਕਟ ਨਹੀਂ ਕਰ ਸਕਦੇ। ਅਗਰ ਤੁਸੀਂ ਇਹਨਾਂ ਨੂੰ ਇਵਿਕਟ ਕਰਨਾ ਚਾਹੁੰਦੇ ਹੋ, ਜਾਂ ਤੁਹਾਡੇ ਕੋਲ ਕੋਈ ਲੀਗਲੀ ਇਹਨਾਂ ਨੂੰ ਇਵਿਕਟ ਕਰਨ ਦਾ ਕੋਈ ਤੁਹਾਡੇ ਕੋਲ ਕੋਈ ਪ੍ਰੂਫ ਹੈ, ਕੋਈ ਡਾਕੂਮੈਂਟੇਸ਼ਨ ਹੈ, ਤੇ ਯੂ ਮੂਵ ਟੂ ਦੀ ਸਿਵਲ ਕੋਰਟ। ਗਵਰਨਮੈਂਟ ਸਿਵਲ ਕੋਰਟ 'ਚ ਨਹੀਂ ਗਈ, ਗਵਰਨਮੈਂਟ ਨੇ ਅਪੀਲ ਫਾਈਲ ਕਰ ਦਿੱਤੀ, ਅਪੀਲ ਪੈਂਡਿੰਗ ਹੈ। ਉਸ ਦੇ ਉੱਤੇ ਸੁਣਵਾਈ ਟਾਈਮ ਟੂ ਟਾਈਮ ਹੁੰਦੀ ਰਹੀ, ਲੇਕਿਨ ਉਹ ਅਜੇ ਪੈਂਡਿੰਗ, ਉਹਦੇ ਉੱਤੇ ਕੋਈ ਡਿਸੀਜਨ ਨਹੀਂ ਹੈ। ਉਸ ਤੋਂ ਬਾਅਦ ਜਿਹੜੀ ਗਵਰਨਮੈਂਟ ਨੇ HLC ਬਣਾਈ, ਹਾਈ ਲੈਵਲ ਜਿਹੜੀ ਕਮੇਟੀ ਬਣਾਈ, ਹਾਈ ਲੈਵਲ ਕਮੇਟੀ ਨੇ ਆਪਣੀ, ਪਹਿਲੇ ਤਾਂ ਹਾਈ ਲੈਵਲ ਕਮੇਟੀ ਹੀ ਗਲਤ, ਅਸੀਂ ਉਸ ਨੂੰ ਵੀ ਚੈਲੰਜ ਕੀਤਾ ਸੀ, ਲੇਕਿਨ ਉਸ ਤੋਂ ਬਾਅਦ ਉਸਨੇ ਆਪਣੀ ਯੂਰਿਸਡਿਕਸ਼ਨ ਤੋਂ ਬਾਹਰ ਜਾ ਕੇ ਕੰਮ ਸ਼ੁਰੂ ਕਰ ਦਿੱਤਾ। ਕੀ ਕੰਮ ਕੀਤਾ ਉਸ HLC ਬੇਸਿਕਲੀ ਬਣਾਈ ਗਈ ਸੀ ਕਿ ਤੁਸੀਂ ਇਹਦੇ ਉੱਤੇ ਆਪਣੀ ਰਿਪੋਰਟ ਸਬਮਿਟ ਕਰੋ, ਤਹਿਕੀਕਾਤ ਕਰਕੇ ਕਿ ਕੀ ਅਸੀਂ ਕਿਆ ਇਹਨਾਂ ਨੂੰ ਇਵਿਕਟ ਕਰ ਸਕਦੇ ਹਾਂ, ਨਹੀਂ ਕਰ ਸਕਦੇ, ਅਗਰ ਕਰ ਸਕਦੇ ਹਾਂ ਤਾਂ ਕਿਵੇਂ ਕਰ ਸਕਦੇ ਹਾਂ। ਲੇਕਿਨ HLC ਨੇ ਕੀ ਕੀਤਾ, ਉਹਨਾਂ ਨੇ ਆਪਣੀ ਯੂਰਿਸਡਿਕਸ਼ਨ ਤੋਂ ਬਾਹਰ ਜਾ ਕੇ ਇਹਨਾਂ ਨੂੰ ਨੋਟਿਸਸ ਦੇਣੇ ਸ਼ੁਰੂ ਕਰ ਦਿੱਤੇ। ਕੁਝ ਜਿਹੜੇ ਇੱਥੇ ਗਵਰਨਮੈਂਟ ਇੰਪਲਾਈਜ਼ ਹੈਗੇ ਸੀ, ਸ਼ਿਲੌਂਗ ਮਿਊਨਿਸਪਲ ਕਮੇਟੀ ਦੇ ਇੰਪਲਾਈ ਸੀ, ਕੋਈ ਅਰਬਨ ਮਿਨਿਸਟਰੀ ਦੇ ਇੰਪਲਾਈ ਸੀ, ਉਹਨਾਂ ਨੂੰ ਨੋਟਿਸ ਇਸ਼ੂ ਕਰਨੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਇੱਥੋਂ ਖਾਲੀ ਕਰੋ ਤੇ ਤੁਸੀਂ ਸਾਡੇ ਜਿਹੜੇ ਗਵਰਨਮੈਂਟ ਕੁਆਟਰ ਹੈ ਉੱਧਰ ਸ਼ਿਫਟ ਕਰੋ। ਅਸੀਂ ਉਸ ਨੂੰ ਵੀ ਚੈਲੰਜ ਕੀਤਾ, ਉਸ ਦੀ ਵੀ ਸਾਡੇ ਕੋਲ ਕੋਰਟ ਤੋਂ ਸਟੇ ਹੈ ਕਿ HLC ਕੇਵਲ ਰਿਪੋਰਟ ਸਬਮਿਟ ਕਰ ਸਕਦੀ ਹੈ, ਉਹ ਕੋਈ ਵੀ ਨੋਟਿਸ ਇਸ਼ੂ ਨਹੀਂ ਕਰ ਸਕਦੀ। ਹੁਣ HLC ਨੇ ਜਿਹੜੀ ਆਪਣੀ ਰਿਪੋਰਟ ਸਬਮਿਟ ਕੀਤੀ ਹੈ, ਮੈਂ ਸਮਝਦਾ ਕਿ ਉਹਦੇ ਉੱਤੇ ਗਵਰਨਮੈਂਟ ਨੇ ਜਿਹੜਾ ਅੱਗੇ ਐਕਸ਼ਨ ਲਿਆ ਹੈ ਜਾਂ ਜਿਹੜਾ ਲੈਣ ਜਾ ਰਿਹਾ, ਉਹ ਟੋਟਲੀ ਇਲੀਗਲ ਹੈ। ਕਿਉਂਕਿ ਸੁਪਰੀਮ ਕੋਰਟ ਵੀ ਮੂਵ ਹੋਏ ਇਸ ਨੂੰ ਲੈ ਕੇ। ਹਾਂ, ਮੈਂ ਆਮ ਕਮਿੰਗ ਟੂ ਦੈਟ। ਕਿਉਂਕਿ ਜਿੰਨੀਆਂ ਵੀ HLC ਦੀਆਂ ਮੀਟਿੰਗਸ ਹੋਈਆਂ, ਉਹਦੇ 'ਚ ਜਿਹੜੇ ਲੀਗਲ ਐਕਸਪਰਟ ਸੀ, ਜਿਹੜੇ ਗਵਰਨਮੈਂਟ ਦੇ AG ਸੀ, AG ਨੇ ਉਸ ਦੇ ਵਿੱਚ ਬਾਰ-ਬਾਰ ਇਸ ਗੱਲ ਨੂੰ ਮੈਂਸ਼ਨ ਕੀਤਾ ਕਿ ਅਸੀਂ ਇਹਨਾਂ ਨੂੰ ਇਵਿਕਟ ਕਿਵੇਂ ਕਰ ਸਕਦੇ, ਸਾਡੇ ਕੋਲ ਤੇ ਓਨਰਸ਼ਿਪ ਹੀ ਨਹੀਂ ਹੈ ਲੈਂਡ ਦੀ ਓਨਰਸ਼ਿਪ ਉਹਨਾਂ ਕੋਲ ਹੈ ਹੀ ਨਹੀਂ। ਉਹਦੇ ਪੱਟੇ ਜਿਹੜੇ ਆ ਉਹ ਇਹਨਾਂ ਨੂੰ ਦਿੱਤੇ ਹੋਏ ਆ, ਜਿਹੜੇ ਸਾਡੇ ਲੋਕ ਉੱਥੇ ਬੈਠੇ ਆ। ਗੁਰਦੁਆਰਾ ਸਾਹਿਬ ਦਾ ਪੱਟਾ ਹੈ, ਸਕੂਲ ਹੈ ਉਹਦਾ ਪੱਟਾ, ਉੱਥੇ ਮੰਦਿਰ ਹੈ ਉਸ ਦਾ ਪੱਟਾ, ਹੋਰ ਜਿਹੜੇ ਲੋਕ ਆ ਉੱਥੇ ਉਹਨਾਂ ਨੂੰ ਪੱਟੇ ਮਿਲੇ ਹੋਏ ਆ। ਸੋ ਇਹਨਾਂ ਦੇ ਕੋਲ ਤੇ ਓਨਰਸ਼ਿਪ ਹੀ ਨਹੀਂ ਹੈ। ਜਦ ਓਨਰਸ਼ਿਪ ਨਹੀਂ ਹੈ ਤੇ AG ਨੇ ਠੀਕ ਕਿਹਾ ਉਸ ਮੀਟਿੰਗ ਦੇ ਵਿੱਚ ਕਿ ਅਸੀਂ ਇਹਨਾਂ ਨੂੰ ਇਵਿਕਟ ਕਿਵੇਂ ਕਰ ਸਕਦੇ ਹਾਂ।
ਸੋ ਉਹ ਸਾਰੇ ਜਿਹੜੇ ਲੀਗਲ ਐਂਗਲ ਹੈ ਉਸ ਤੋਂ ਬੜਾ ਸਟਰੋਂਗਲੀ ਇਹਨਾਂ ਨੂੰ ਇਵਿਕਟ ਇਸ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਸਕਦਾ। ਸੋ ਉਹ ਮੈਂ ਸਮਝਦਾ ਕਿ ਗਵਰਨਮੈਂਟ ਹੁਣ ਜੋ ਵੀ ਕਰ ਰਹੀ ਹੈ ਉਹ ਗਲਤ ਹੈ। ਤੁਸੀਂ ਅੱਜ ਰਾਜਪਾਲ ਨੂੰ ਮਿਲਣ ਜਾ ਰਹੇ ਹੋ, ਰਾਜਪਾਲ ਨੂੰ ਤੁਸੀਂ 11:30 ਦਾ ਤੁਹਾਨੂੰ ਸਮਾਂ ਦਿੱਤਾ ਗਿਆ, ਉੱਥੇ ਕੀ ਤੁਸੀਂ ਗੱਲ ਕਰਨ ਜਾ ਰਹੇ ਹੋ ਇਸ ਦੇ ਮਤਲਬ? ਨਹੀਂ, ਬਿਲਕੁਲ ਅਸੀਂ ਜਿਹੜੀ ਦੇਖੋ, ਇੱਕ ਪਹਿਲੀ ਗੱਲ ਤੇ ਇਹ ਹੈ ਕਿ ਇਹ ਲੋਕ ਇੱਥੇ 150 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਇਹਨਾਂ ਨੂੰ ਬੈਠੇ ਹੋਏ, ਕਰੀਬ 5ਵੀਂ 6ਵੀਂ ਜਨਰੇਸ਼ਨ ਇਹਨਾਂ ਦੀ। ਸੋ ਅੱਜ ਤੁਸੀਂ 30 ਸਾਲ ਤੋਂ ਉੱਪਰ ਤੁਸੀਂ ਕਿਸੇ ਨੂੰ ਵਿਕਟ ਨਹੀਂ ਕਰ ਸਕਦੇ, ਖਾਲੀ ਨਹੀਂ ਕਰਾ ਸਕਦੇ। 150 ਸਾਲ ਤੋਂ ਇਹ ਪਰਿਵਾਰ ਬੈਠੇ ਹੋਏ ਆ। ਮੇਘਾਲਿਆ ਦੀ ਤਰੱਕੀ ਦੇ ਵਿੱਚ ਇਹਨਾਂ ਨੇ ਇੰਨਾ ਰੋਲ ਹੈ ਇਹਨਾਂ ਦਾ, ਔਰ ਬ੍ਰਿਟਿਸ਼ਰਸ ਦੇ ਟਾਈਮ ਤੋਂ ਉਸ ਤੋਂ ਵੀ ਪਹਿਲਾਂ ਦੇ ਇੱਥੇ ਇਹ ਲੋਕ ਵਸੇ ਹੋਏ ਆ। ਸੋ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਇਲੀਗਲ ਤਰੀਕੇ ਦੇ ਨਾਲ ਗਵਰਨਮੈਂਟ ਜਿਹੜਾ ਖਾਲੀ ਕਰਨਾ ਚਾਹੁੰਦੀ ਹੈ ਜਾਂ ਉਜਾੜਨਾ ਚਾਹੁੰਦੀ ਆ, ਅਸੀਂ ਬਿਲਕੁਲ ਗਵਰਨਰ ਸਾਹਿਬ ਦੇ ਨਾਲ ਉਹ ਗੱਲ ਕਰਾਂਗੇ ਕਿ ਇਹ ਗਵਰਨਮੈਂਟ ਜਿਹੜਾ ਐਕਸ਼ਨ ਲੈ ਰਹੀ ਹੈ ਇਹ ਗਲਤ ਹੈ, ਔਰ ਅਸੀਂ ਇਹਨਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਗਵਰਨਰ ਸਾਹਿਬ ਨੂੰ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਇਹਨਾਂ ਦੀ ਲੜਾਈ ਅਖੀਰ ਤੱਕ ਲੜੇਗਾ, ਤੁਸੀਂ ਨਾਲ ਖੜੇ ਹੋ? ਬਿਲਕੁਲ। ਕੱਲ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਪੰਜਾਬੀ ਭਾਈਚਾਰੇ ਦੇ, ਸਾਡੇ ਸਿੱਖ ਭਾਈਚਾਰੇ ਦੇ ਲੋਕ ਆਏ ਸੀ, ਔਰ ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਧਾਨ ਸਾਹਿਬ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦੀ ਇੰਸਟਰਕਸ਼ਨ ਦੇ ਉੱਤੇ ਇਹ ਡੈਲੀਗੇਸ਼ਨ ਜਿਹੜਾ ਇੱਥੇ ਆਇਆ, ਔਰ ਇਹ ਬਿਲਕੁਲ ਇਹਨਾਂ ਦੀ ਲੜਾਈ ਲੜੇਗਾ, ਐਂਡ ਤੱਕ ਲੜਾਈ ਲੜੇਗਾ। ਅਸੀਂ ਲੀਗਲੀ ਵੀ ਲੜਾਈ ਲੜਾਂਗੇ, ਔਰ ਜੇ ਸਾਨੂੰ ਕਿਤੇ ਹੋਰ ਇਹ ਜ਼ਬਰਦਸਤੀ ਕਰਨਗੇ ਤੇ ਅਸੀਂ ਉਹਦੇ ਵਾਸਤੇ ਵੀ ਤਿਆਰ ਹਾਂ। ਬਿਲਕੁਲ, ਇਹ ਜ਼ਾਹਿਰ ਤੌਰ ਤੇ ਗੱਲ ਬਿਲਕੁਲ ਕਲੀਅਰ ਹੈ, ਕਿਉਂਕਿ ਕੱਲ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਹ ਗੱਲ ਆਖੀ, ਉਹੀ ਗੱਲ ਕਾਲੋ ਸਾਹਿਬ ਕਹਿ ਰਹੇ ਨੇ ਕਿ ਸੜਕ ਤੋਂ ਲੈ ਕੇ ਜਿੱਥੋਂ ਤੱਕ ਸਾਨੂੰ ਇਹ ਲੜਾਈ ਲੜਨੀ ਪਈ ਹੈ, ਲੜਾਈ ਲੜੀ ਜਾਏਗੀ। ਅਸੀਂ ਆਪਣੇ ਸਿੱਖ ਭਾਈਚਾਰੇ ਨੂੰ ਉੱਥੋਂ ਉਜੜਨ ਨਹੀਂ ਦੇਵਾਂਗੇ। ਜੀ ਹਰਪ੍ਰੀਤ, ਸ਼ੁਕਰੀਆ ਫਿਲਹਾਲ ਦੀ ਇਹ ਸਾਰੀ ਜਾਣਕਾਰੀ ਲਈ। ਸੋ ਫਿਲਹਾਲ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਹਨਾਂ ਦੇ ਨਾਲ ਖੜਾ ਹੈ ਔਰ ਅੱਜ ਰਾਜਪਾਲ ਨਾਲ ਮੁਲਾਕਾਤ ਹੋਏਗੀ। ਦੇਖਣਾ ਹੋਏਗਾ ਕਿ ਅੱਗੇ ਕੀ ਕੁਝ ਇਸ ਮਾਮਲੇ 'ਚ ਹੁੰਦਾ ਹੈ।